बाणी स्वामी जी महाराज शब्द पांचवा। सतगुर का नाम पुकारो, सतगुर को हियरे तारो। सतगुर का नाम पुकारो, सतगुर को हियरे तारो। ये बाणी स्वामी जी महाराज दी है। हजूर स्वामी जी महाराज सतगुर के बारे फरमा रहे हैं, सतगुर का नाम पुकारो, सतगुर को हिये तारो। सिर्फ नाम पुकारना नहीं, ये एड्रैस नहीं दसना लोगों को, अपने हिरदे के अंदर बिठाना है, और मजबूती करनी है। लोगों के दसने वास्ते नहीं, जिस तरह बहुत सारे लोग दूसरे के दसन वास्ते राम राम कही जाते हैं, कोई अल्लाह अल्लाह कही जाता दसन वास्ते, कोई कुछ कहता है। सहज मत जोग जिहड़े जितने भी संत महापुरख आए है, वो कहते अंदर बिठाओ, बाहर दसन की जरूरत नहीं है। बाहर किसी को ड्रैस नहीं दसना, नहीं तुसी वो वचन अंदर बिठाओ। ये सतगुर की कहता है और साढ़े सुख वास्ते है या साढ़े दुख वास्ते है। हमेशा वास्ते संत महापुरख जब भी दुनिया ते आउंदे है, वो जो भी सानू सिक्ख्या देणगे वो साढ़े सुख वास्ते देणगे, साढ़े फायदे वास्ते देणगे। वो कोई साड़ा नुकसान नहीं उहदे विच हुंदा। नुकसान तो उस विच है जदों असी उन्हां दा वचन छड्ड के मन दा कहना मनदे हां, उस वक्त साड़ा नुकसान हो जाता। जिंदगी का नुकसान, साढ़े सज्जना मित्रां दा नुकसान हो जाता, परिवार का नुकसान हो जाता है, और माड़े कर्म करके सानू 84 जाना पैंदा है। जेड़े जीव अपने महापुरखों के वचन अंदर बिठाउंदे है, वो अपने परिवार वास्ते भी, अपने सज्जनों मित्रां नूं भी अच्छी सिक्ख्या देणगे, अच्छे रस्ते ते लगाणगे, और भी कोई भी उन्हां दा मेलू होऊगा उन्होंने भी उस रस्ते ते लेण दी कोशिश करनगे। वो सिर्फ अपना ही भला नहीं, वो सर्वस दा भला, सारियां दा ही भला सोचणगे। कोई भी दुनिया ते संत महापुरख आया है, उसने सिर्फ अपने वास्ते ही नहीं, अपना ही भला नहीं सोचा, उसने सारी दुनिया का भला सोचा, सारी दुनिया का ही फायदा सोचा। जो भी उपदेश देंदे है, जो सानू समझाउंदे है, वो साढ़े फायदे वास्ते, वो नुकसान वास्ते नहीं। साड़ा फर्ज है कि असी उन्हां दे वचनां दा तजर्बा करिए, क्या सानू उन्हां दे वचनां दे चलण दा की फायदा मिलता है। हाँ जी। सतगुर का नाम पुकारो, सतगुर को हियरे तारो। सतगुर का करो भरोसा, फिर करो ना कुछ अफसोसा। गुरु साहब जी बड़े प्यार दे नाल फरमा रहे हैं कि सतगुर दा भरोसा करो,
ਜੋ ਤੁਹਾਨੂੰ ਦੱਸਦੇ ਆ ਵਿਸ਼ਵਾਸ ਰੱਖੋ। ਹਜ਼ੂਰ ਜਿਨ੍ਹਾਂ ਦਾ ਦਰਬਾਰ ਹੈ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਵਿਸ਼ਵਾਸ ਦੀਆਂ ਬੇੜੀਆਂ ਪਾਰ। ਜੇ ਬੰਦੇ ਦਾ ਵਿਸ਼ਵਾਸ ਨਹੀਂ ਤਾਂ ਉਹਦੀ ਕੋਈ ਤਪੱਸਿਆ ਨਹੀਂ, ਕੋਈ ਬੰਦਗੀ ਨਹੀਂ, ਕੋਈ ਦਾਨ ਪੁੰਨ ਨਹੀਂ, ਕੋਈ ਤੀਰਥ ਵਰਤ ਨਹੀਂ। ਇਹ ਸਭ ਕੁਝ ਵਿਸ਼ਵਾਸ ਦੇ ਨਾਲ ਹੀ ਬਣਦਾ ਹੈ। ਗੁਰੂ ਸਾਹਿਬ ਜੀ ਫਰਮਾ ਰਹੇ, ਜਦ ਤੂੰ ਸਤਿਗੁਰ ਦਾ ਭਰੋਸਾ ਰੱਖੇਗਾ, ਕਿਸੇ ਚੀਜ਼ ਦਾ ਤੂੰ ਅਫਸੋਸ ਨਾ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਸਭ ਤੇਰੀਆਂ ਡਿਮਾਂਡਾਂ ਪੂਰੀਆਂ ਹੋ ਜਾਣਗੀਆਂ। ਹਾਂਜੀ। ਸਤਿਗੁਰ ਕਾ ਕਰੋ ਭਰੋਸਾ, ਫਿਰ ਕਰੋ ਨਾ ਕੁਛ ਅਫਸੋਸਾ। ਸਤਿਗੁਰ ਤੋਹੇ ਛਿਨ ਛਿਨ ਪੋਸੇ, ਹੰਗਤਾ ਤੇਰੀ ਸਭ ਬੇਦ ਖੋਸੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਸਤਿਗੁਰ ਛਿਣ ਛਿਣ ਹੀ ਸਾਡੇ ਵੱਲ ਖਿਆਲ ਰੱਖਦੇ ਹੈ। ਹਜ਼ੂਰ ਇੱਕ ਛੋਟੇ ਬੱਚੇ ਦੀ ਮਿਸਾਲ ਕਈ ਵਾਰ ਦਿੰਦੇ ਹੁੰਦੇ ਸੀ। ਬੱਚੇ ਦੀ ਮਾਤਾ ਕੰਮ ਕਰਦੀ ਹੈ, ਬੱਚਾ ਖੇਡਦਾ ਹੈ, ਲੇਕਿਨ ਉਹ ਕੰਮ ਵੀ ਕਰਦੀ ਹੈ, ਉਹਦਾ ਧਿਆਨ ਜਿਹੜਾ ਹੁੰਦਾ ਉਹ ਬੱਚੇ ਵੱਲ ਹੁੰਦਾ। ਮਿੰਟ ਮਿੰਟ ਛਿਣ ਛਿਣ ਉਹਦੇ ਵੱਲ ਧਿਆਨ ਰੱਖਦੀ ਹੈ, ਕਿਤੇ ਅੱਗ 'ਚ ਹੱਥ ਨਾ ਪਾਵੇ, ਉਹ ਚਿੰਨਵੇਂ ਥਾਂ ਤੋਂ ਡੇਰ ਨਾ ਪਏ, ਉਹਦਾ ਨੁਕਸਾਨ ਨਾ ਹੋ ਜਾਏ। ਉਹਦਾ ਧਿਆਨ ਬਿਰਤੀ ਜਿਹੜੀ ਹੁੰਦੀ ਉਹਦੇ ਵਿੱਚ ਹੁੰਦੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਸਤਿਗੁਰ ਵੀ ਸਾਡੇ ਵੱਲ ਧਿਆਨ ਰੱਖਦਾ ਹੈ। ਇਹ ਕਿਸੇ ਗਲਤ ਪਾਸੇ ਨਾ ਜਾਣ, ਗਲਤ ਰਾਹਦਾਂ ਨਾ ਅੰਦਰ, ਗਲਤ ਕੋਈ ਖਿਆਲ ਨਾ ਇਹਨਾਂ ਦੇ ਅੰਦਰ ਆ ਜਾਏ, ਤਾਂ ਕਿ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਏ। ਉਹ ਬਾਰ ਸਾਨੂੰ ਕਸਰ ਖਾ ਕੇ ਵੀ ਔਰ ਕਈ ਤਰ੍ਹਾਂ ਦੇ ਨੁਕਸਾਨ ਉਠਾ ਕੇ ਵੀ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ। ਹਾਂਜੀ। ਸਤਿਗੁਰ ਤੋਹੇ ਛਿਨ ਛਿਨ ਪੋਸੇ, ਹੰਗਤਾ ਤੇਰੀ ਸਭ ਬੇਦ ਖੋਸੇ। ਤੂੰ ਕਰ ਉਨ ਚਰਨਨ ਖੋਸੇ, ਸਤਿਗੁਰ ਸੇ ਮਤ ਕਰ ਰੋਸੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੂੰ ਉਹਨਾਂ ਦੇ ਚਰਨਾਂ ਦੇ ਵਿੱਚ ਰਹੋ, ਉਹਨਾਂ ਦੇ ਚਰਨਾਂ ਦਾ ਖਿਆਲ ਰੱਖ, ਤੂੰ ਰੁੱਸ ਨਾ। ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਆ, ਸਤਿਗੁਰ ਝਿੜਕੇ ਮਿੱਠਾ ਲੱਗੇ। ਸਾਨੂੰ ਸੰਤਾਂ ਮਹਾਂਪੁਰਖਾਂ ਦੇ ਵਚਨ ਜਿਹੜੇ ਹੈ ਉਹ ਮਿੱਠੇ ਲੱਗਣੇ ਚਾਹੀਦੇ ਹੈ। ਸਾਨੂੰ ਇਹੀ ਸੋਚਣਾ ਚਾਹੀਦਾ ਕਿ ਸਾਨੂੰ ਕਿਉਂ ਝਿੜਕੇ ਹੈ, ਸਾਡੇ ਵਿੱਚ ਕੀ ਕਮੀ ਹੈ। ਅਗਰ ਕੋਈ ਸਿਆਣਾ ਬੰਦਾ ਆਪਣੇ ਧੀ ਪੁੱਤਰ ਨੂੰ ਸਮਝਾਉਂਦਾ ਹੈ ਜਾਂ ਝਿੜਕਦਾ ਹੈ ਤਾਂ ਕੋਈ ਨਾ ਕੋਈ ਉਹਦੇ 'ਚ ਕਮੀ ਹੁੰਦੀ ਹੈ। ਉਹਦੇ ਵਿੱਚ ਗੁੱਸਾ ਕਰਨ ਦੀ ਜ਼ਰੂਰਤ ਨਹੀਂ। ਅਸੀਂ ਆਪਣੀ ਕਮੀ ਨੂੰ ਦੇਖਣਾ ਕਿ ਸਾਡੇ 'ਚ ਕੀ ਕਮੀ ਹੈ। ਅਗਰ ਸਾਡੇ 'ਚ ਕੋਈ ਨੁਕਸ ਹੈ, ਅਸੀਂ ਉਹਨੂੰ ਛੱਡਣ ਦੀ ਕੋਸ਼ਿਸ਼ ਕਰੀਏ। ਸਵਾਮੀ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਹੈ ਕਿ ਤੂੰ ਰੋਸ ਨਾ, ਤੂੰ ਰੋਸ ਨਾ ਬਹੁ, ਤੂੰ ਇਹ ਸੋਚ ਵੀ ਕਿਉਂ ਮੈਨੂੰ ਝਿੜਕਿਆ, ਕਿਉਂ ਮੇਰੇ 'ਤੇ ਗੁੱਸਾ ਹੋਇਆ, ਕੀ ਮੇਰੇ 'ਚ ਕੋਈ ਕੀ ਕਮੀ ਹੈਗੀ ਹੈ, ਕੀ ਨੁਕਸ ਹੈ। ਅਸੀਂ ਆਪਣਾ ਨੁਕਸ ਦੇਖਣਾ ਕਿ ਕੀ ਹੈਗਾ ਸਾਡੇ ਵਿੱਚ। ਹਾਂਜੀ। ਤੂੰ ਕਰ ਉਨ ਚਰਨਨ ਹੋਸੇ, ਸਤਿਗੁਰ ਸੇ ਮਤ ਕਰ ਰੋਸੇ।
सतगुर गत अब सुन मोसे, कही जात ना रंचक मुँह से। गुरु साहब जी बड़े प्यार दे नाल फरमा रहे है कि अगर सतगुर कोई बचन कहंदा है उस नूं बड़े प्यार दे नाल सुन और वो बचन अपने अंदर बिठा। कोई भी तेरे अंदर कोई गलत फुरना नहीं आना चाहिए, उस नूं प्यार नाल सुन और प्यार नाल सुन के अपने अंदर बिठा ले। पिछले इतिहास जिहड़े है वो सारे सबूत देंदे, असी बाणी पढ़ते हैं सुनते हैं लेकिन सोचते नहीं है। कई बार अगे भी दसिया है, जदों गुरु नानक देव जी महाराज ने सारी संगत नूं कहा कि मुर्दा खाओ, तो किसी भी उस पासे ध्यान नहीं देता, कोई ना उठिया। दूजी बार फिर गया, फिर भी ना। तीजी बार जदों कहा तो भाई लैना उठिया। भाई लैना तैयार हो गया, जदों पर्दा चुकिया तो 36 पदार्थ निकले। मुर्दा खाण वास्ते तैयार हो गया कि जो सतगुर ने कहा है, जदों असी किसी के बच्चे बन जाइए तो बच्चे नूं माता पिता का ख्याल है, वो जो मर्जी मिठी चीज़ देवे, कौड़ी देवे, फिक्की देवे, जिदा की मर्जी देवे। बच्चे का की मतलब है कि वो अनकार करे। लेकिन ये भी ऐसी सोचना है कि माता पिता कभी भी अपने बच्चे नूं गलत चीज़ नहीं देंदे, उहदे फायदे वास्ते देंदे। जो स्वामी जी महाराज बाणी च फरमा रहे, ठीक फरमा रहे है कि सानू उन्हां दे बचन जिहड़े है वो बड़े मोह ते प्यार दे नाल सुनने चाहिए है और अपने अंदर बिठाने चाहिए। असी उहदे ते नुक्ताचीनी ना करिए। अगर असी उहदे ते नुक्ताचीनी करदे हां तो फिर असी मारे जाते हैं, साढ़े विच अहंकार ते मान आ जाता है। मैं कई बार अगे भी दसिया है कि असी यूपी एक बार गए, उत्थे एक बंदा बड़ा सियाणा, बड़ा पुराना, उन्होंने परदेसी करके रहंदे दस कहंदे सन, मस्ताना अगर परदेसी। वो कहन लगा जी मैं गुरमत सिद्धांत जिहड़ी है इनू मुड़ के लिख रहा, इहदियां कमियां कढ रहा, इहदे विच जिहड़ियां कमियां ने वो मैं कढ रहा। जवाब उन्होंने कोई देवे ना, हाँ जी करी जान। मैं कहा जी गुरमत सिद्धांत दियां तुसी कमियां कढ रहे हो? हाँ। मैं कहा तुहानूं ये पता होना चाहिए कि जदों गुरमत सिद्धांत बनी है तो गुरु साहब ने उहदे ते दस्तखत कीते है तो मंजूर की है कि छपाओ। उन्होंने मंजूर कर ली। हुण तुसी सतगुर की कमी कढ रहे हो कि गुरमत सिद्धांत की कढ रहे हो? दसो, जवाब दो मैनू। फिर नहीं वो बोलिया। मैं कहा जब सतगुर ने मंजूर कर ली है कि ठीक है छपाओ, हुण तुसी हज़ारां लखां ही छपाइयां तो लखां लोगों के कोल चला गई, तुसी हुण कमी की कढोगे? इस वास्ते जो भी स्वामी जी महाराज बाणी च फरमा रहे है कि सतगुर का बचन जिहड़ा है सानू मोह ते प्यार दे नाल उसनू अपने अंदर बिठाना चाहिए। वो साढ़े फायदे वास्ते जो कहणगे साढ़े फायदे वास्ते कहणगे, साढ़े नुकसान वास्ते नहीं कहते। हाँ जी। सतगुर गत अब सुन मोसे, कही जात ना रंचक मुँह से। 10वें में
खींचे नौ से फिर एक करे तो है दो से। ਅਸੀਂ 24 ਘੰਟੇ ਨਵਾਂ ਦੁਆਰਿਆਂ ਦੇ ਵਿੱਚ ਚੱਕਰ ਲਗਾ ਰਹੇ ਹਾਂ। ਕਦੀ ਅੱਖਾਂ ਦਾ ਦੁਆਰਾ ਸਾਨੂੰ ਖਿੱਚ ਕੇ ਲੈ ਜਾਂਦਾ, ਕਦੀ ਕੰਨਾਂ ਦਾ ਦੁਆਰਾ ਲੈ ਜਾਂਦਾ ਹੈ। ਅਲੱਗ-ਅਲੱਗ ਜਿਤਨੇ ਵੀ 9 ਦਰਵਾਜ਼ੇ ਹੈ, ਅਸੀਂ ਇਹਨਾਂ ਦੇ ਵਿੱਚ ਹੀ ਚੱਕਰ ਲਗਾਉਂਦੇ ਰਹਿੰਦੇ। ਪਰ ਸੰਤ ਸਾਨੂੰ ਇਹਨਾਂ ਨਵਾਂ ਦਰਵਾਜ਼ਿਆਂ 'ਚੋਂ ਕੱਢ ਕੇ ਤੇ 10ਵੇਂ ਦਰਵਾਜ਼ੇ ਲੈ ਜਾਂਦੇ, ਦੋ ਤੋਂ ਇੱਕ ਕਰ ਦਿੰਦੇ ਹੈ ਜਿੱਥੇ ਸੁੱਖ ਮਿਲਣਾ ਹੈ। 9 ਦਰਵਾਜ਼ੇ ਨਵੇਂ ਦਰ ਫਿੱਕੇ, ਰਸ ਅੰਮ੍ਰਿਤ 10ਵੇਂ ਚੋਈਏ। ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਭਾਈ ਇਹ 9 ਦਰਵਾਜ਼ੇ ਜਿਹੜੇ ਹੈ, ਇਹਨਾਂ ਦੇ ਵਿੱਚ ਕੋਈ ਰਸ ਨਹੀਂ ਹੈ, ਕੋਈ ਸਵਾਦ ਨਹੀਂ ਹੈ। ਤੂੰ ਸਾਰੀ ਜ਼ਿੰਦਗੀ ਵੀ ਲਾ ਦੇਂਗਾ ਫਿਰ ਵੀ ਐਵੇਂ ਹੀ ਜਾਣੀ ਤੇਰੀ ਜ਼ਿੰਦਗੀ, ਕੋਈ ਫਾਇਦਾ ਨਹੀਂ ਹੋਣਾ। ਉਹ ਰਸ ਸ਼ਬਦ ਜਿਹੜਾ ਉੱਪਰ ਹੈ, ਜਿੱਥੋਂ ਤੈਨੂੰ ਫਾਇਦਾ ਮਿਲਣਾ ਹੈਗਾ। ਹਾਂਜੀ। 10वें में खींचे 9 से फिर एक करे तो है दो से। शब्द रस तो है पिलावे जमपुर से फिर बचावे। ਗੁਰੂ ਸਾਹਿਬ ਜੀ ਪਹਿਲੀ ਤੁਕ ਤੋਂ ਅਸੀਂ ਸੋਚਣਾ ਹੈ ਕਿੱਥੇ ਲਿਆਇਆ ਸਾਨੂੰ ਸਾਰੇ ਪਾਸਿਓਂ ਖਿੱਚ ਕੇ ਕਿ ਤੂੰ ਵਸੋਸ ਵੀ ਨਾ ਕਰ, ਤੂੰ ਰੁੱਸ ਵੀ ਨਾ, ਤੂੰ ਨੁਕਤਾ ਚੀਨੀ ਵੀ ਨਾ ਕਰ ਕੋਈ ਵੀ। ਔਰ ਸਤਿਗੁਰ ਤੈਨੂੰ ਉਹ ਸ਼ਬਦ ਰਸ ਪਿਲਾਉਣਗੇ। ਕਿਤੇ ਸ਼ਬਦ ਰਸ ਵਿੱਚ ਲਿਆਇਆ ਫਿੱਕੇ ਰਸ ਸਾਡੇ ਪਾਸੋਂ ਛੁਡਾ ਕੇ, ਔਰ ਜਿਹੜਾ ਸੱਚਾ ਰਸ ਹੈ ਉਧਰ ਸਾਨੂੰ ਸਤਿਗੁਰ ਪਿਛਲੇ ਸ਼ਬਦ ਤੋਂ ਅਸੀਂ ਸੋਚਣਾ ਹੋਇਆ ਤੇ ਕਿੱਧਰ ਸਾਨੂੰ ਲੈ ਆਇਆ ਕਿ ਜਿਹੜਾ ਸੱਚਾ ਸ਼ਬਦ ਹੈ, ਜਿਹਦੇ ਵਿੱਚੋਂ ਸਾਨੂੰ ਰਸ ਆਉਣਾ ਹੈ, ਜਿਹਦੇ ਨਾਲ ਸਾਡੀ ਮੁਕਤੀ ਹੋਣੀ ਹੈ, ਉਸ ਪਾਸੇ ਗੁਰੂ ਸਾਹਿਬ ਜੀ ਸਾਨੂੰ ਲਿਆ ਰਹੇ। ਹਾਂਜੀ। शब्द रस तो है पिलावे जमपुर से फिर बचावे। ਹੋਰ ਅਸੀਂ ਕਿਸੇ ਵੀ ਯਤਨ ਨਾਲ ਜਮਦੂਤਾਂ ਤੋਂ ਬਚ ਨਹੀਂ ਸਕਦੇ, ਸਿਰਫ ਇੱਕ ਸ਼ਬਦ ਦੇ ਜ਼ਰੀਏ ਬਚ ਸਕਦੇ ਹਾਂ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਵੀ ਬਾਣੀ 'ਚ ਲਿਖਿਆ ਹੈ ਕਿ ਅਸੀਂ ਹੋਰ ਕਿਸੇ ਚੀਜ਼ ਨਾਲ ਬਚ ਨਹੀਂ ਸਕਦੇ, ਕੋਈ ਵੀ ਕਰਮ ਕਾਂਡ ਕਰ ਲਈਏ ਬਚ ਨਹੀਂ ਸਕਦੇ, ਇੱਕ ਨਾਮ ਦੇ ਨਾਲ ਬਚ ਸਕਦੇ ਹਾਂ। ਸ਼ਬਦ ਸੁਣੇ ਸਾ ਦੂਰੋਂ ਭਾਗੇ ਮਤ ਮਾਰੇ ਜਿਉ ਬੇਪਰਵਾਹ। ਜਿਹਦੇ ਅੰਦਰ ਸਤਿਗੁਰ ਦਾ ਸ਼ਬਦ ਔਰ ਸਿੱਖ ਸ਼ਬਦ ਦੀ ਕਮਾਈ ਕਰਦਾ ਹੈ, ਜਮਦੂਤ ਉਹਦੇ ਪਾਸ ਨਹੀਂ ਆਉਣਗੇ, ਉਹ ਦੂਰੋਂ ਹੀ ਸੁਣ ਕੇ ਨੱਸ ਜਾਂਦੇ ਹੈ। ਜਿਹਦੇ ਪਾਸ ਨਹੀਂ, ਉਹ ਜਮਦੂਤ ਉਹਦੇ ਪਾਸ ਆਉਣਗੇ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ ਕਿ ਸ਼ਬਦ ਦਾ ਰਸ ਪਿਲਾ ਕੇ ਸਾਨੂੰ ਜਮਦੂਤਾਂ ਤੋਂ ਬਚਾਉਂਦੇ ਹੈ ਸੰਤ। ਦੇਖੋ ਕਿੱਡੀ ਵੱਡੀ ਸਾਡੇ 'ਤੇ ਦਇਆ ਕਰਦੇ। ਕਿੱਥੇ ਅਸੀਂ 24 ਘੰਟੇ ਜ਼ਹਿਰ ਖਾ ਰਹੇ ਹਾਂ, ਜ਼ਹਿਰ ਨੂੰ ਕਮਾ ਰਹੇ ਹਾਂ, ਔਰ ਇਹੀ ਜ਼ਹਿਰ ਲੈ ਕੇ ਸਾਨੂੰ ਬਹਿ ਜਾਂਦਾ ਹੈ। ਕਿੱਥੇ ਸੰਤ ਸਾਨੂੰ ਖਿੱਚ ਕੇ ਕਿੱਧਰ ਲਿਆ ਰਿਹਾ, ਇੱਕ ਸ਼ਬਦ ਦੇ ਰਸ ਔਰ ਜਮਦੂਤਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰੀਕੇ ਨਾਲ ਤੂੰ ਜਮਦੂਤਾਂ ਤੋਂ ਬਚ ਸਕਦਾ ਹੈ, ਕਿਹੜੇ ਕੰਮ ਦੇ ਨਾਲ ਬਚ ਸਕਦਾ ਹੈ। ਕਿਆ ਦੁਨੀਆ ਦੇ ਕਰਮ ਕਾਂਡ ਕਰਕੇ, ਜਗਮੋਸ਼ੇ ਕਰਕੇ, ਤਪੱਸਿਆ ਕਰਕੇ ਜਾਂ ਤੀਰਥ ਕਰਕੇ, ਕਿਸ ਕੰਮ ਦੇ ਨਾਲ ਬਚ ਸਕਦਾ ਹੈ। ਗੁਰੂ ਸਾਹਿਬ ਜੀ ਸ਼ਬਦ ਦੇ ਬਾਰੇ ਫਰਮਾ ਰਹੇ
कि बगैर नाम दे असी बच नहीं सकते, बगैर नाम दे असी बच नहीं सकते। संतां ने बाणी जी भी फरमाया है, दान पुन अशनान असंजम साध संगत बिन बात गया। असी दान पुण्य कर दईए, कोई तीर्थ भी कर लईए, संजम भी कोई रख लईए, पर जब तक किसी साधु की संगत नहीं, ये साढ़े सारे बर्बाद हो जाते। सानू ये नहीं पता असी दान करना की है, किहड़ा असी संजम रखना है, किस दे नाल साड़ी बेहतरी होनी है। ये सानू साधु दसेगा जिसने आप दिन रात मेहनत की कमाई की है नाम दी, वो सानू तरीका दसेगा। पलटू साहब जी बाणी च फरमाउंदे है, नाम नाम सब कोई कहे, नाम ना पाया कोई, नाम ना पाया कोई, नाम की गत है न्यारी। वही शख्स को मिले जिन्होंने हुमे मारी। हूँ को करे खामोश, होश ना तन की राखे, गगन गुफा में बीच जाके प्याला प्रेम का चाखे। नाम कोई सिर्फ लफ्ज नहीं, नाम कुछ होर चीज़ है, ओदी गति न्यारी है, वो गलबात नहीं है, वो लिखन पढ़न च नहीं आ सकता। वो जिन्हें जपिया है उन्होंने पता है, जिन्हें उसकी मेहनत की है उन्होंने पता है। हजूर जिन्हों का दरबार कई बार फरमाते होंगे ही, जेड़ा बंदा खाना खाता उन्होंने स्वाद आता है, दूसरा की उन्होंने दस कह सकता है कि स्वाद की हैगा। एक फकीर ने इसरी भाव में शब्द किया, कहत मिले तो पुछन सईयां, 10 कुड़े जिगर दियां गल्लां साथों भेद लुकाना की। हुण अगों वो सखी साधु अगों जवाब देंदा है दूसरे नूं, अकल च होरा जे कोई ना होवे, एवें मजग खपाना की। जो जाओ सो आपे देखो, पुछ पुछ के पछताना की। कहते जे कोई अकल नहीं, एवें ही मैं तुहाडे नाल सिर खपाई करदा रहां, जे मैं दसांगा भी तो तद किहड़ा तुहाडे अंदर वड़ जानी वो चीज़। दसन नाल ते वड़ नहीं जानी, दसन नाल तुहानूं उहदा स्वाद नहीं आउणा। जो जाओ सो आपे देखो, पुछ पुछ के पछताना। तुसी तुरो, तुसी भी काम करो, तुसी भी देख लो। हाँ जी। शब्दा तोहे पिलावे, जमपुर से फिर बचावे। कर अगम तोहे दरसावे, मार्ग शब्द तोहे लखावे। गुरु साहब जी बड़े प्यार दे नाल फरमा रहे है, वो तेरा घर जिहड़ा असली घर है वो तैनूं संत दसणगे, पर किस तरीके नाल वो एक रस्ता दसणगे तैनूं। वो शब्द दे रस्ते सानूं वो घर मिलेगा, इस तरह नहीं। बगैर शब्द दे ना किसे पाया ना किसी ने पाना, ना कोई गया ना किसी ने जाना है। अगर कोई उस रस्ते गया है, शब्द की कमाई की है, वो देश चला गया। वो देश बड़ा खूबसूरत है, वो लाफानी है, वो नाश होने वाला नहीं, वो फना होने वाला नहीं है, वो हमेशा वास्ते अटल रहने वाला है। सारे संतां महापुरखों ने उस देश का सानू उपदेश देंदे है। जितने भी महापुरख आए है वो सानू उस देश का उपदेश देंदे है कि आओ जिथे हमेशा सुख है, आओ तुहानू उसका रस्ता दसीए। हाँ जी। कर अगम तोहे दरसावे,
ਮਾਰਗ ਸ਼ਬਦ ਤੋਹੇ ਲਖਾਵੇ, ਜੋ ਸੰਗਤ ਉਨਕੀ ਕਰਤੇ, सो जग से कभी ना डरते। गुरु साहब जी बड़े प्यार दे नाल फरमा रहे, जो लफ्ज़ जड़ा एक मुश्तरका लफ्ज़ है, जो संगत उनकी करते वो जगत तो नहीं डरते, वो जगत तो नहीं डरते, चाहे कुछ भी हो जाए। कई बार अगे भी दसिया कि जदों मीराबाई की माता ने उल्टे पुलटे लफ्ज़ कहे है श्री गुरु रविदास के बारे, तो मीराबाई ने उसनूं कहा कि तेरी जबान ये सड़दी नहीं, इस तेरी जबान नूं अग लगनी चाहिए। वो मेरा परमात्मा है, मेरा ईश्वर है, जिस जबान नाल तू ये लफ्ज़ कह रही, तेरी जबान सड़ जानी चाहिए। परवाह नहीं की, राजियां दी लड़की होंदे हुए उन्होंने परवाह नहीं की। इस वास्ते जेड़े संगत सच्ची संगत करते हैं उस मार्ग दी वो जगत कोलों डरते नहीं, चाहे उन्होंने दुख भी पाना पै जाण। दुनिया दे विच ऋषि मुनि आए, हौलीए पकंबर आए, संत महापुरख आए, असी लोगों ने क्योंकि जगत और फकीरां दा बैर मुंडों रहा। क्यों रहा? लोग अनजाने मतां देंदे, आशिकां मत नहीं आवे। ये जगत अपनी मत देंदे आशिकां नूं, आशिक अपनी मत देंदे है। इस करके इन्हां दा डिफैक्ट पिया रहिंदा है, इन्हां दा आपस अंदर राह नहीं रलता। कई बार अगे भी दसिया कि हुसन हुसैन फकीर होया, 18,000 आलों फाजल उसनूं मारन वास्ते आ गया। एक एक मसला लैके कि साडे मसलियां दा जवाब देणगे तो ठीक है, अगर नहीं देणगे असीं इहनूं मार देंगे। जदों 18,000 आलों फाजल बह गया, पुछया उन्होंने कि साडे मसलियां दा जवाब दोगे? उन्हें कहा 5 मिनट मोहलत दो। 5 मिनट दे विच अपनी सुरती नूं खिच के उपर लै गए, उपरले देशां चला गए, शरीर पिया रहा। जो भी किसी ने मारिया उन्होंने वापस लगा, जो किसी के पास हथियार है सी, जो भी किसी ने उन्होंने मारिया वो वापस उन्होंने लगा। जदों उन्होंने अख खोली तो 18,000 आलों फाजल, 70 पिया, किसी की बांह वड्डी, किसी का सिर पाटा, किसी का कुछ होया। अज उस दिन ते हूसे पिटते है, बड़े जुलूस निकलते है, छुरियां पा के पिटते खोंदे है कि ऐस दिन ते जिहड़ा मर जाएगा वो सीधा बेशतां नूं जाएगा। पर जिस दिन बेशतां कहण दे उस दिन उन्होंने मारन वास्ते तैयार होए। इस करके फकीरां दा और आम छरा दा जिहड़ा जोड़ नहीं मिलता, क्योंकि अपनी अकल दसदे है, वो अपनी अकल दसदे है। वो सुख का रस्ता दसदे है, ये दुख का रस्ता दसदे है। हाँ जी। जो संगत उनकी करते, सो जग से कभी ना डरते। जो बेमुख गुरु से फिरते, सो पौ सागर में गिरते। गुरु साहब जी बड़े प्यार दे नाल फरमा रहे हैं कि जेड़े बेमुख हो जाते हैं सतगुर तो वो पै सागर विच गिर जाते, वो 84 भी चले जाते हैं,
और 84 ਦੇ ਕੁੱਤੇ ਵੇਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਭੂਤ ਪ੍ਰੇਤ ਔਰ ਕਈ ਜਨਮਾਂ ਵਿੱਚ ਉਹਨਾਂ ਨੂੰ ਜਾਣਾ ਪੈਂਦਾ ਹੈ। ਪੌੜੀ ਛੁੜਕੀ ਹੱਥ ਨਾ ਆਵੇ ਹਾਲਾ ਜਨਮ ਗਵਾਇਆ। ਜਦੋਂ ਇਹ ਮਨੁੱਖਾ ਜਨਮ ਦੀ ਪੌੜੀ ਛੁੱਟ ਜਾਏਗੀ ਸਾਡੀ, ਫਿਰ ਸਾਡੇ ਹੱਥ ਨਹੀਂ ਆਏਗੀ। ਸਾਡਾ ਆਲਾ ਜਨਮ ਜਿਹੜਾ ਹੈ ਉਹ ਐਵੇਂ ਹੀ ਚਲਾ ਜਾਏਗਾ, ਮੁੜ ਕੇ ਸਾਨੂੰ ਜਨਮ ਨਹੀਂ ਮਿਲੇਗਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ, ਕਿਉਂਕਿ ਸੰਤ ਜਦ ਵੀ ਦੁਨੀਆ 'ਤੇ ਆਉਂਦੇ ਹੈ ਸਾਨੂੰ ਸੁੱਖ ਦਾ ਰਸਤਾ ਦੱਸਦੇ ਹੈ, ਉਹ ਸਾਨੂੰ ਦੁੱਖਾਂ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹੈ। ਅਸੀਂ ਮੁੜ ਮੁੜ ਕੇ ਹੀ ਗੰਦਗੀ ਦੇ ਕੀੜੇ ਵਾਂਗਰ ਉਸ ਗੰਦਗੀ ਵਿੱਚ ਹੀ ਜਾਣਾ ਚਾਹੁੰਦੇ ਹਾਂ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਪਸ਼ੂਆਂ ਦੀ ਮਿਸਾਲ ਦਿੰਦੇ, ਪਸ਼ੂ ਨੂੰ ਕਿਸੇ ਨੂੰ ਕੀੜੇ ਪਏ ਹੁੰਦੇ ਹੈ, ਤੀਲੇ ਨਾਲ ਉਸ ਕੀੜੇ ਨੂੰ ਕੱਢੋ, ਕੀੜਾ ਫਿਰ ਉਸ ਮੋਰੀ 'ਚ ਜਾਣ ਦੀ ਕੋਸ਼ਿਸ਼ ਕਰਦਾ, ਉਸ ਗੰਦਗੀ 'ਚ ਹੀ ਖੁਸ਼ ਰਹਿਣਾ ਚਾਹੁੰਦਾ ਹੈ। ਸਾਨੂੰ ਵੀ ਸੰਤ ਇਸ ਗੰਦਗੀ 'ਚੋਂ ਕੱਢਦੇ ਹੈ, ਦੁੱਖਾਂ 'ਚੋਂ ਕੱਢਦੇ ਹੈ। ਅਸੀਂ ਫਿਰ ਮੁੜ ਮੁੜ ਕੇ ਉਹਨਾਂ ਦੁੱਖਾਂ 'ਚ ਫਸਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ। जो बेमुख गुरु से फिरते हैं, सो पौ सागर में गिरते हैं। 84 चक्कर खावे, फिर जन्म जन्म दुख पावे। 84 ਕਹਿਣ ਵਿੱਚ ਤੇ ਬਹੁਤ ਛੋਟੀ ਹੈ, ਲੇਕਿਨ ਭੁਗਤਣ 'ਚ ਬਹੁਤ ਬੜੀ ਹੈ। ਜਨਮ ਜਨਮ ਸਾਨੂੰ ਆਉਣਾ ਪੈਂਦਾ ਹੈ। 4 ਖਾਨਾ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਜਾਣਾ ਪੈਂਦਾ ਹੈ, ਅੰਡਜ, ਜੇਰਜ, ਸੇਧ 'ਚ ਉਤ ਪਹੁੰਚ। ਕੁਛ ਜੀਵ ਅੰਡਿਆਂ 'ਚੋਂ ਪੈਦਾ ਹੁੰਦੇ ਹੈ, ਸੱਪ, ਠੂੰਏ, ਮੁਰਗੀਆਂ ਅਤੇ ਹੋਰ ਕਈ ਜੀਵ ਪੈਦਾ ਹੁੰਦੇ ਹੈ। ਕੁਛ ਜੀਵ ਜੇਰੇ 'ਚੋਂ ਪੈਦਾ ਹੁੰਦੇ ਹੈ, ਚੂਹੇ, ਛਾਨੇ, ਇਨਸਾਨ ਅਤੇ ਹਵਾਨ ਵਗੈਰਾ, ਅਤੇ ਹੋਰ ਵੀ ਬਹੁਤ ਸਾਰੇ ਜੀਵ ਪੈਦਾ ਹੁੰਦੇ ਹੈ। ਕੁਛ ਜੀਵ ਜਦ ਮੌਸਮ ਦੀ ਤਬਦੀਲੀ ਹੁੰਦੀ ਹੈ, ਉਸ ਵਕਤ ਮੁੜ ਕੇ ਨਾਲ ਹੀ ਬਹੁਤ ਸਾਰੇ ਜੀਵ, ਕਰੋੜਾਂ ਹਾ ਜੀਵ ਜਿਹੜੇ ਆ ਪੈਦਾ ਹੋ ਜਾਂਦੇ ਆ। ਔਰ ਚੌਥੀ ਕਲਾਸ ਜਿਹੜੀ ਹੈ ਫਸਲ, ਘਾਸ ਫੂਸ, ਸਬਜ਼ੀਆਂ ਔਰ ਦਰਖਤ ਵਗੈਰਾ, ਇਹ 4 ਖਾਨਾ ਨੇ। ਕਿਸੇ ਵੀ ਖਾਣ ਦੇ ਵਿੱਚ ਸਾਨੂੰ ਸੁੱਖ ਨਹੀਂ ਹੈ। ਇਹਨਾਂ ਦੇ ਦਰਜੇ ਅਲੱਗ-ਅਲੱਗ ਨੇ, ਦਰਖਤਾਂ ਦੇ ਦਰਜੇ ਵੀ ਅਲੱਗ-ਅਲੱਗ ਨੇ, ਪਸ਼ੂਆਂ ਦੇ ਦਰਜੇ ਵੀ ਅਲੱਗ-ਅਲੱਗ ਨੇ, ਪਰਿੰਦਿਆਂ ਦੇ ਵੀ ਅਲੱਗ-ਅਲੱਗ ਨੇ। ਹਰ ਇੱਕ ਚੀਜ਼ ਦੇ ਦਰਜੇ ਅਲੱਗ-ਅਲੱਗ ਨੇ। ਜੈਸੇ ਜੈਸੇ ਕਰਮ ਕੀਤੇ ਹੈ ਐਸੇ ਜਨਮ ਮਿਲਦੇ ਹੈ, ਔਰ ਉਹਨਾਂ ਜਨਮਾਂ ਦਾ ਇਹਨਾਂ ਨੂੰ 84 'ਚ ਫਾਇਦਾ ਹੁੰਦਾ ਹੈ। ਦਰਖਤਾਂ ਦੇ ਬਾਰੇ ਤੁਸੀਂ ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਬਾਗ ਬਗੀਚੇ ਜਿਹੜੇ ਲੱਗੇ ਹੁੰਦੇ ਹੈ, ਉਹਨਾਂ 'ਤੇ ਬੰਦੇ ਨੌਕਰ ਹੈਗੇ, ਔਰ ਹਰ ਤਰ੍ਹਾਂ ਉਹਨਾਂ ਦੀ ਸੰਭਾਲ ਹੋ ਰਹੀ ਹੈ। ਸਾਰੀਆਂ ਖੁਰਾਕਾਂ ਉਹਨਾਂ ਨੂੰ ਮਿਲਦੀਆਂ ਨੇ, ਦੇਖਭਾਲ ਬਹੁਤ ਅੱਛੀ ਤਰ੍ਹਾਂ ਜੀ ਹੁੰਦੀ ਹੈ, ਉਹਨਾਂ ਨੂੰ ਅੱਛੇ ਫਲ ਲੱਗਦੇ ਹੈ। ਕਈ ਦਰਖਤ ਐਸੇ ਹੈ ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ। ਕੁਛ ਐਸੇ ਵੀ ਦਰਖਤ ਨੇ ਜਿਹੜੇ ਤੁਸੀਂ ਸੜਕਾਂ ਦੇ ਕਿਨਾਰੇ ਦੇਖਦੇ ਹੋ ਕਿ ਰਾਮ ਤੇ ਹਰ ਇੱਕ ਨੂੰ ਚਾਹੀਦਾ। ਬਾਬੇ ਫਰੀਦ ਨੇ ਕਿਹਾ, ਐ ਫਰੀਦ, ਇਸ ਘੜਿਆਲ ਨੇ ਕੀ ਕੰਮ ਕੀਤਾ ਹੈ, ਕੀ ਮਾੜਾ ਕਰਮ ਕੀਤਾ ਹੈ ਜਿਸ ਨੂੰ ਘੜੀ ਘੜੀ ਮਾਰ ਪੈਂਦੀ ਹੈ। ਮੰਦਰ ਦੇ ਘੜਿਆਲ ਦਾ ਅੰਦਾਜ਼ਾ ਲਾਇਆ ਕਿ ਮੰਦਰ ਦਾ ਘੜਿਆਲ ਜਿਹੜਾ ਵੀ ਜਾਂਦਾ ਉਹ ਹੀ ਉਹਨੂੰ ਤਫਾ ਮਾਰ ਕੇ ਜਾਂਦਾ, ਵਜਾ ਕੇ ਜਾਂਦਾ। ਕੀ ਇਸ ਨੇ ਮਾੜਾ ਕਰਮ ਕੀਤਾ ਹੈ? ਇਹ ਮਾੜੇ ਕਰਮ ਦੀ ਸਜ਼ਾ ਮਿੱਟੀ ਵੀ ਭੁਗਤ ਰਹੀ ਹੈ। ਸੜਕਾਂ ਦੇ ਕੰਢੇ ਜਿਹੜੇ ਦਰਖਤ ਨੇ ਤੁਸੀਂ ਦੇਖਦੇ ਉਹਨਾਂ ਨੂੰ ਕੋਈ ਰਾਮ ਹੈ? ਰਾਮ ਹਰ ਇੱਕ ਚੀਜ਼ ਨੂੰ ਚਾਹੀਦਾ। ਜਦ ਰਾਤ ਪੈਂਦੀ ਹੈ ਪਸ਼ੂਆਂ ਨੂੰ ਵੀ ਰਾਮ,
परिंदे भी आराम करते हैं, दरख्त भी आराम नाल हुंदे है, हर चीज़ नूं ऐ आराम हुंदा है। जिहड़े सड़कां दे किनारे दरख्त ने उन्हां नूं कितनी सज़ा है, क्या उन्हां नूं आराम है? इसे तरह होर जूनां जिहड़ियां ने उन्हां जूनां दे विच भी कर्मां दे अनुसार हजूर कई बार फरमाउंदे हुंदे, सिर्फ तुसी एक जन्म का अंदाज़ा ला लो। टांगे का घोड़ा होंदा है, गर्मी की बहार आउंदी है, 5-7 सवारियां लद्दियां होंदियां ने, टांगे वाला उन्होंने मारता है घोड़े नूं कि जल्दी अड्डे ते जावे, होर सवारियां लैवां। घोड़ा दौड़ना पैंदा, उन्होंने वजन खिंचना पैंदा है, मुड़का आउंदा है, मूँह चों पानी वगदा है। एक एक श्वास जिहड़ा उसका शरीर चों निकलदा है, क्या साडी कोई कलम लिख सकदी उहदे दुख नूं? असी अपना अंदाज़ा ला लईए कि असी कोई वजन चुक के दौड़ना होवे ते साडी की हालत हुंदी है, इसे तरह उहदी भी हुंदी है। ये 84 दे दुख जिहड़े है बहुत बड़े दुख है। इहदे विचों संत सानूं बचाउंदे है कि देखियो किते 84 दे विच ना चले जाओ। बचन की कोशिश करो तो तरीका बचन का इको ही है कि किसी महापुरख की सिक्ख्या लै लवे, उहदे ते चलन की कोशिश करे, नाम जपे, ये 84 के चक्कर तो बच जाएगा। हाँ जी। 84 चक्कर खावे फिर जन्म जन्म दुख पावे। तुम सोचो अपने मन में, कोई नहीं गुरु साम जग में। असी सोच तो रह गए। बाणी च गुरु साहब जी फरमाउंदे, सोचो और वधो। जब तक असी सोचते नहीं तो साड़ी कोई तरक्की नहीं हो सकती। असी दुनिया के कामां दे विच भी सोचते हैं घाटा वाधा, कोई बिजनेस करता, कोई दुकानदारी करता है, कोई होर काम करता है। अगर उसनूं उहदे विचों घाटा पैंदा वो काम बदल देंदा है। लेकिन असी कदी सोचिया नहीं कि सानू कितना घाटा पै रहा है। 24,000 दिन और रात दे सानू श्वास मिल रहे हैं। 24,000 श्वास साडा असी कदे नहीं सोचा कि किधर जा रहे हैं। क्या किसी साध संगत की सेवा विच लग रहा है, भजन सिमरन च लग रहा है, कित्थे साढ़े श्वास लग रहे हैं। ये कितना बड़ा सानू घाटा पै रहा है। एक श्वास के बारे कबीर साहब जी महाराज फरमाउंदे है, कहता हूँ क्या कहूँ क्या बजाऊँ ढोल, श्वासा खाली जात है 3 लोक का मोल। कबीर साहब जी महाराज जी एक श्वास के बारे फरमाउंदे है, ऐ पुरुष तेरा एक श्वास जिहड़ा है अगर त्रिलोकी भी दी जाए तो वापस नहीं मिल सकता। जे मुल श्वास विकन तो बड़े बड़े राजे महाराजे शाहूकार अरबापति जिहड़े वो खरीद सकते हैं, लेकिन ये मुल नहीं विकते। कितना बड़ा सानू घाटा पैंदा है, असी कदी सोचिया है? इतना घाटा जिसनों पेगा वो किस तरह कामयाबी कर सकता है। इस वास्ते गुरु साहब जी फरमाउंदे, सोचो, तुसी सोचो कि तुहानू अच्छी सिक्ख्या कौन दे रहा, तुहाडे फायदे की गल कौन कर रहा है। अगर कोई फायदे की गल तुहाडे दी करदा है, तुसी उहदे पासों काम ले लो, उहदा कहना मान लो, उहदे कहने ते चलण की कोशिश करो। असी सोच तो रह रहे हैं, हर बंदा सोच तो रह रहा है। कुछ नहीं, असी अन्ने बात तुर रहे हैं, कोई सानू समझ नहीं। गुरु नानक देव जी महाराज जिस तरह फरमाउंदे है,
ਮਾਇਆ ਧਾਰੀ ਅੰਨਾ ਬੌਰਾ ਸ਼ਬਦ ਨਾ ਸੁਣੇ ਬਹੁ ਰੌਲ ਕਚੌਲਾ। ਅਸੀਂ ਅੱਖਾਂ ਤੋਂ ਅੰਨੇ, ਕੰਨਾਂ ਤੋਂ ਬੌਰੇ। ਸਾਡੇ ਅੰਦਰ ਸ਼ਬਦ ਆ ਰਿਹਾ ਹੈ, ਅਸੀਂ ਉਹ ਸ਼ਬਦ ਸੁਣਦੇ ਨਹੀਂ। 24 ਘੰਟੇ ਆ ਰਿਹਾ ਜਿਹਦੇ 'ਚ तमाम दुनिया ਦੀਆਂ ਲਜਤਾਂ ਤੁਸੀਂ ਇਕੱਠੀਆਂ ਕਰ ਲਓ, ਸਭ ਤੋਂ ਲੱਜਤ ਸ਼ਬਦ ਹੀ ਹੈ। ਬਾਬੇ ਫਰੀਦ ਨੇ ਇਸੇ ਵਾਸਤੇ ਫਰਮਾਇਆ ਹੈ, ਖੰਡ ਸ਼ੱਕਰ ਨਾਵਤ ਮਾਖਿਓ ਮਾਝਾ ਦੁੱਧ, ਇਹ ਸਭੋ ਵਸਤੂ ਮਿੱਠੀਆਂ ਔਰ ਰੱਬ ਨਾ ਪੁੱਜਣ ਤੁਧ। ਇਹ ਸਾਰੀਆਂ ਵਸਤਾਂ ਮਿੱਠੀਆਂ ਨੇ, ਪਰ ਇਹ ਮਾਲਕ ਤੇ ਜਿਹੜਾ ਤੇਰੇ ਨਾਮ 'ਚ ਸੁੱਖ ਹੈ, ਜਿਹੜੇ ਤੇਰੇ ਨਾਮ 'ਚ ਲੱਜਤ ਹੈ, ਸਵਾਦ ਹੈ, ਉਹ ਇਹਨਾਂ ਵਿੱਚ ਨਹੀਂ ਹੈ। ਹਾਂਜੀ। तुम सोचो अपने मन में, कोई नहीं गुरु साम जग में। जिन जिन गुरु भगति तारी, सो पहुँचे निज दरबारी। गुरु साहब जी हुण सानू दस रहे है, तुसी सोचो कि जिसने भी किसी मुरशद पासों शब्द लैके मेहनत की है, कि वो अपने देश नहीं पहुँचा? क्या उन्होंने उसकी मजदूरी नहीं मिली? हर एक दी, चाहे कोई स्त्री है चाहे पुरुष है, चाहे कोई गरीब है चाहे अमीर है, जगत मजदूरी ना रखे, क्यों रखे भगवान? जगत भी किसी की मजदूरी नहीं रखता, तो मालक मजदूरी साड़ी रख लेगा, लेकिन असी करते नहीं। गुरु साहब जी साहब दस रहे हैं कि सोचो, तुसी पिछले इतिहास पढ़ो, जितने भी संत महापुरख होए है, जिन्हें ईश्वर की भगती की है, कि वो अपने देश नहीं गए, अपने मालक नाल मिले नहीं। आज तक उन्होंने दिन तिहार लोग मनाते हैं, लखां रुपये खर्च करते हैं और खुशियां करते हैं। क्यों? उन्होंने नेक पाक काम किए, अपने देश गए। हाँ जी। जिन जिन गुरु भगति तारी, सो पहुँचे निज दरबारी। गुरु भगति नहीं जिनको प्यारी, तिन जीती बाजी हारी। गुरु साहब जी बड़े प्यार दे नाल फरमा रहे है, किसी का नाम नहीं लै रहे, चाहे कोई शाहूकार है, चाहे कोई राजा महाराजा है, चाहे कोई स्त्री है, चाहे कोई पुरुष है। संतां दी बाणी जिहड़ी वो सांझी है। जिसनों सतगुर की भगती प्यारी नहीं लगती, भाई वो जीती बाजी हार गया। मनुष्य जन्म की बाजी असी जीती है। ये सारा 84 का चक्कर भुगत के सानू मनुष्य जन्म आया, और असी मनुष्य जन्म नूं बर्बाद कर गए। जिस तरह दादू साहब फकीर होया मुसलमान, उसने अपनी बाणी विच लिखिया, बड़ा अफसोस किया है, क्या मुखले हासीए दादू दीजे रोए, जन्म अमोलक अपना चले अकारथ खोए। बड़ा अफसोस किया अपनी जिंदगी पर, किहड़े मूँह दे नाल हसीए, असी अपने जन्म नूं इत्थे बर्बाद करके चले। कोई दुनिया का नेक काम नहीं किया, अच्छे काम नहीं किए, माड़े कर्म किए। माड़े कर्मां का रिजल्ट की निकलिया? 84 या नरक। 84 और नरकों के दुख बहुत बड़े है। जिन्हां जिन्हां ऋषियां मुनियां ने देखे है, वो इत्थे आके दुआइयां देंदे है। जिन्हां महापुरखां ने वो स्टेजां देख लियां,
ਦੁੱਖ ਦੇਖ ਲਿਆ ਲੋਕਾਂ ਦੇ, ਉਹ ਸਾਨੂੰ ਬਾਣੀ ਰਾਹੀਂ ਦੱਸ ਰਿਹਾ ਕਿ ਬਹੁਤ ਦੁੱਖ ਨੇ। ਭਾਈ ਬਚਣ ਦੀ ਕੋਸ਼ਿਸ਼ ਕਰੋ, ਨੇਕ ਪਾਕ ਕੰਮ ਕਰੋ, ਦੇਖੇ ਕਿਤੇ ਇਸ ਰਸਤੇ ਨਾ ਜਾਇਓ, ਉਹ ਰਸਤਾ ਬਹੁਤ ਮਾੜਾ ਜੇ। ਹਾਂਜੀ। गुर भगति नहीं जिनको प्यारी, तिन जीती बाजी हारी। गुर चरणन आशक होना, ये बात बड़ी क्या कहना। गुरु साहब जी बड़े प्यार दे नाल फरमा रहे है कि सतगुर दे चरनां दे आशिक होना, ये बहुत बड़ी बात है। ये कोई छोटी जी बात नहीं, बड़े बड़े दुनिया ते होए है, लेकिन चरना का आशिक कोई बिरला होया। कई बार अगे भी दसिया है कि गुरु नानक देव जी महाराज ने अद्धी रात का समा सी, पोह माघ दियां रातां, रात दे समय साहिबजादियां नूं बुलाया और भी जिहड़े प्रेमी सी उन्हां नूं बुलाया। क्या है, मेरे कपड़े धो के लियाओ, रावी दे कंढे चले जाओ, नाल सुका के लियाओ। कोई भी ना उठे। यही किया कि सवेरे किसी धोबी तू धुआ लवांगे। भाई लैना उठिया, कपड़े लैके चला गया। जदों शहर दे बाहर गया तो हाड़ जेड़ दी गर्मी सी, कपड़े साफ किए, सुका के जो लैके आ रहा सी शहर विच आया रात, क्योंकि रातां बहुत होंदियां ने। आके दरवाज़ा टकोरिया कि गुरु साहब ने कहा, तू कौन है? ते बोल नहीं सकिया। अंदर बराग सी, प्यार सी अंदर, बोलिया नहीं। फिर गुरु साहब ने आवाज़ मारी कि तू कौन है? फिर भी ना बोलिया, चुप कर रहा। गुरु साहब ने दरवाज़ा खोलिया, देखिया तो भाई लैना बाहर खड़ा। क्या तू बोलदा नहीं सी? रो पिया। बराग सी अंदर। सच्चे पातशाह मैं की तुहानूं दसदा, तुसी जो कुछ पुछदे ही मैनूं पता नहीं सी लगदा मैं की कहां। तुसी पुछदे ही तू कौन है, मैनूं नहीं पता मैं कौन हाँ, मेरा पता तुहानूं है कि मैं कौन हाँ। मैनूं कोई पता नहीं। उस वक्त गुरु साहब ने गल नाल ला लिया, भाई लैणिया तू साडे पासों कुछ लैना, असीं तेरा कुछ देना। गुरगद्दी भी उन्होंने दे दी, साध संगत की सेवा भी बख्श दी। सतगुर का कहना जड़ा है, चरण की ने, बचन की ने, उन्हों जो बचन मनना है, असी उहदे विच नुकतेचीनी नहीं करनी, उहदे विच वाधा घाटा नहीं सोचना। की पता उहदे च की राज हैगा। कई बारे साधु की साखी दसी है कि पातशाह एक महात्मा के पास साधारण कपड़े पा के सुबह सुबह जाता हुंदा सी। एक छोटा जिहा जंगल लंघ के जाता सी। कोई डाकू मगर लग पिया, ये जड़ा पातशाह फकीर के पास जाता है, ये पास जरूर माया होनी, तो मेरा समा लगे तो मैं इसनों मार कुट के ये पासों माया ले लवां। एक दिन जद पातशाह गया, वो चोर जड़ा डाकू सी जंगल च बह गया। जदों छुट्टी मंगे पातशाह
ਤੇ ਫਕੀਰ ਕਹਿੰਦਾ ਥੋੜ੍ਹਾ ਜਿਹਾ ਕੰਮ ਕਰਕੇ ਫਿਰ ਜਾ। ਕੰਮ ਕੀਤਾ, ਫਿਰ ਛੁੱਟੀ ਮੰਗੀ, ਫਿਰ ਕਿਹਾ ਥੋੜ੍ਹਾ ਜਿਹਾ ਕਰਕੇ ਫਿਰ ਜਾ। ਇਸ ਤਰ੍ਹਾਂ ਕਰਦਿਆਂ ਕਰਾਂਦਿਆਂ ਕੋਈ ਜੰਗਲ 'ਚੋਂ ਜਾਨਵਰ ਨਿਕਲਿਆ। ਉਹ ਜਿਹੜਾ ਡਾਕੂ ਸੀ ਉਹਦਾ ਪਾੜ ਚੀਰ ਕਰ ਗਿਆ, ਜ਼ਖਮੀ ਕਰ ਗਿਆ। ਉਹ ਨੱਸਦਾ ਭੱਜਦਾ ਉਸ ਮਹਾਤਮਾ ਦੇ ਕੁਟੀਏ ਵਿੱਚ ਆਇਆ। ਮਹਾਤਮਾ ਨੇ ਉਸ ਨੂੰ ਕਿਹਾ, ਪਾਤਸ਼ਾਹ ਨੂੰ ਕਿ ਇਹਦੇ ਜ਼ਖਮ ਸਾਫ਼ ਕਰੋ, ਇਹਨੂੰ ਪਾਣੀ ਸ਼ਾਣੀ ਪਿਲਾਓ, ਮਲਮ ਪੱਟੀ ਕਰੋ ਇਹਦੀ। ਪਾਤਸ਼ਾਹ ਨੇ ਫਿਰ ਪੁੱਛਿਆ ਕਿ ਅੱਗੇ ਰੋਜ਼ ਤੁਸੀਂ ਮੈਨੂੰ ਬਕਰ ਸਿਰ ਛੁੱਟੀ ਦੇ ਦਿੰਦੇ ਰਹੇ ਹੋ, ਅੱਜ ਤੁਸੀਂ ਮੈਨੂੰ ਛੁੱਟੀ ਨਹੀਂ ਦਿੱਤੀ, ਗੱਲ ਕੀ ਸੀ? ਮਹਾਤਮਾ ਨੇ ਕਿਹਾ ਕਿ ਇਹ ਜੋ ਕੰਮ ਇਹਦੇ ਨਾਲ ਹੋਇਆ, ਇਹ ਕੰਮ ਤੇਰੇ ਨਾਲ ਹੋਣਾ ਸੀ। ਇਹ ਕੰਮ ਤੇਰੇ ਨਾਲ ਹੋਣਾ ਸੀ, ਇਸ ਵਾਸਤੇ ਮੈਂ ਛੁੱਟੀ ਉਹ ਟਾਈਮ ਮੈਂ ਟਾਲ ਰਿਹਾ ਸੀ। ਉਸ ਵਕਤ ਨੂੰ ਮੈਂ ਲੰਘਾ ਰਿਹਾ ਸੀ, ਉਹ ਵਕਤ ਲੰਘ ਜਾਏ। ਇਸ ਵਾਸਤੇ ਸੰਤ ਮਹਾਂਪੁਰਖ ਜਦ ਵੀ ਦੁਨੀਆ 'ਤੇ ਆਏ, ਉਹ ਸਾਡੇ ਫਾਇਦੇ ਵਾਸਤੇ। ਪਤਾ ਨਹੀਂ ਉਹਨਾਂ ਦੇ ਬਚਨ ਵਿੱਚ ਕੀ ਰਾਜ ਹੈਗਾ, ਕੀ ਸਾਡਾ ਫਾਇਦਾ ਹੈ, ਕੀ ਨੁਕਸਾਨ ਹੈ, ਸਾਨੂੰ ਕੋਈ ਸਮਝ ਨਹੀਂ। ਇਹ ਉਹਨਾਂ ਨੂੰ ਸਮਝ ਹੈ ਸਾਡੇ ਫਾਇਦੇ ਨੁਕਸਾਨ ਦੀ। ਲੇਕਿਨ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਦਾ ਬਚਨ ਮੰਨ ਕੇ ਜੋ ਕੰਮ ਦੱਸਣ ਸੋ ਅਸੀਂ ਕਰੀਏ, ਉਹਦੇ ਵਿੱਚ ਹੀ ਸਾਡੀ ਭਲਾਈ ਹੈ। ਹਾਂਜੀ। ਗੁਰ ਚਰਨਨ ਆਸ਼ਕ ਹੋਨਾ, ये बात बड़ी क्या कहना। गुर लगे जिसे अत प्यारे, तिन कुल कुटुंब सब तारे। देखो गुरु साहब जी की फायदा दस रहे है। स्वामी जी महाराज फरमा रहे है कि जिसनों सतगुर अति प्यारा लगता है, ਉਹਦੀਆਂ ਕੁਲ ਤੇ ਕੁਟੁੰਬ ਵੀ ਸਾਰੇ ਤਰ ਜਾਂਦੇ ਹੈ। ਉਹਦੀਆਂ ਕੁਲਾਂ ਵੀ ਤਰ ਜਾਂਦੇ ਹੈ, ਕੁਟੁੰਬ ਵੀ ਤਰ ਜਾਂਦੇ ਹੈ। ਕਿਉਂ? ਉਹ ਪਿਆਰ ਦੇ ਨਾਲ ਉਹਨਾਂ ਦਾ ਬਚਨ ਮੰਨਣਗੇ ਔਰ ਉਹ ਕੰਮ ਕਰਨਗੇ, ਉਹਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਫਾਇਦਾ ਮਿਲੇਗਾ। ਹਾਂਜੀ। गुर लगे जिसे अत प्यारे, तिन कुल कुटुंब सब तारे। धन मात पिता उन जन के, जिन भगत करी कुल तज के। गुरु साहब जी उन्हां दी तारीफ कर रहे हैं कि धन उन्हां दे माता और पिता जिन्हां ने कुल दीआं रीतां तज के ते भगती कीती। भाई सानू भगती नहीं करन दिंदे, लोक लाज विच भी असीं रह जांदे हां, और भी कई काम दुनिया के जिहड़े इहदे विच असीं रह जाते हैं, भगती नहीं असीं कर सकते। पर जिन्हां ने सब कुछ तज के भगती कीती है, गुरु साहब जी उन्हां दी तारीफ कर रहे हैं। चाहे वो इस्त्री है, चाहे वो पुरुष है, चाहे कोई गरीब है, चाहे अमीर है, उसकी तारीफ गुरु साहब जी कर रहे हैं। हाँ जी। धन मात पिता उन जन के, जिन भगत करी कुल तज के। जिन सही मलामत जग की, तिन मिली रास सुख कर की। गुरु साहब जी बड़े प्यार दे नाल फरमा रहे है, जिन्हां ने जगत दीआं मलामतां सह लईआं, दुख सुख सह ले,
ਉਹਨਾਂ ਨੂੰ ਉਹ ਸੁੱਖ ਦਾ ਰਸਤਾ ਮਿਲ ਗਿਆ। ਉਹ ਆਪਣੇ ਦੇਸ਼ ਪਹੁੰਚ ਗਏ, ਆਪਣੇ ਮਾਲਕ ਦੇ ਪਾਸ ਪਹੁੰਚ ਗਏ। ਕਹਿ ਦਿਓ ਸਮੁੰਦਰ ਦੀ ਬੂੰਦ ਸਮੁੰਦਰ ਚਲਾ ਗਈ, ਸਮੁੰਦਰ ਬਣ ਗਏ। ਉਹਦੇ ਦੁੱਖ ਸੁੱਖ ਦੂਰ ਹੋ ਗਏ। ਕਈ ਵਾਰ ਅੱਗੇ ਵੀ ਦੱਸਿਆ ਕਿ ਸ਼ਹਿਰਾਂ ਦੇ ਗੰਦੇ ਨਾਲੇ ਜਿਹੜੇ ਹੈ, ਜਿਨ੍ਹਾਂ ਦੇ ਵਿੱਚ ਕੋਈ ਹੱਥ ਵੀ ਨਹੀਂ ਪਾਉਂਦਾ, ਕਿਸੇ ਵਰਤਾਓ 'ਚ ਪਾਣੀ ਨਹੀਂ ਆਉਂਦਾ, ਜਦੋਂ ਬੜੇ ਦਰਿਆਵਾਂ ਵਿੱਚ ਚਲਾ ਜਾਂਦੇ ਹੈ, ਉਹ ਵੀ ਦਰਿਆ ਬਣ ਜਾਂਦੇ ਹੈ, ਉਹ ਵੀ ਵਰਤਾਓ ਵਿੱਚ ਆ ਜਾਂਦੇ ਹੈ, ਉਹਨੂੰ ਕੋਈ ਗੰਦਾ ਨਹੀਂ ਕਹਿੰਦਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਭਾਈ ਜਿਨ੍ਹਾਂ ਨੇ ਜਗਤ ਦੀਆਂ ਮਲਾਮਤਾਂ ਸਹਿ ਲਈਆਂ, ਦੁਨੀਆ ਦੇ ਦੁੱਖ ਸੁੱਖ ਸਹਿ ਲਏ ਹੈ, ਉਹਨਾਂ ਦੀਆਂ ਕੁਲਾਂ ਵੀ ਤਰ ਗਈਆਂ, ਪਰਿਵਾਰ ਵੀ ਤਰ ਗਿਆ ਹੈ, ਉਹਨਾਂ ਨੂੰ ਸੁੱਖ ਦੇ ਘਰ ਦੀ ਰਾਸ ਮਿਲ ਗਈ ਹੈ, ਰਸਤਾ ਮਿਲ ਗਿਆ, ਉਹ ਆਪਣੇ ਦੇਸ਼ ਪਹੁੰਚ ਗਏ ਹੈ। ਹਾਂਜੀ। जिन सही मलामत जग की, तिन मिली रास सुख कर की। जो कुल लाज जगत से डरे, गुर भगति से वह पुन घेरे। गुरु साहब जी कई बार फरमा रहे हैं कि अगे भी साखी दसी है राजे दी। श्री गुरु रविदास के पास जदों राजा गया है, कई बार दसिया है कि राजा भी रह गया सी, वो भी लोक लाज दे विच रह गया सी। जदों श्री गुरु रविदास के पास गए, उन्होंने सोचा ये राज छड्ड के आया, इनू अपनी कमाई दे विचों कुछ दे दईए। लै राजा अमृत पी। ते अमृत लोक लाज दे विच आके एक बूंद अंदर नहीं जान देती, सब थल्ले बगा दिते। कपड़ियां नू दाग लग गए। अपने राज महलों जाके कपड़े खोले, धोबियां दे घर भेज देते कि जल्दी मेरे कपड़े साफ करके दिओ। वो जिहड़ा दाग सी लगा कपड़े नूं, लसदा नहीं सी। अज जिहड़े यतन है पहलां नहीं सी हैगे। धोबी दी लड़की भी नाल काम करदी सी, उसने उन्ना कपड़ा मूँह च पा के चापिया, वो दाग उहदे अंदर चला गया। ਉਹਦੀ ਅੰਦਰਲੀ ਅੱਖ ਖੁੱਲ੍ਹ ਗਈ। ਉਹ ਆਗਮ ਨਿਗਮ ਦੀਆਂ ਖਬਰਾਂ ਦੇਣਾ ਸ਼ੁਰੂ ਕਰ ਦਿੱਤੀਆਂ। ਗੱਲਾਂ ਹੀ ਹੋਰ ਦੀਆਂ ਹੋਰ ਕਰੇ। ਗੱਲ ਹੱਲੇ ਮਹੱਲੇ 'ਚ ਚਲਦੀ ਚਲਦੀ ਬਾਜ਼ਾਰਾਂ 'ਚ ਫੈਲ ਗਈ, ਪਾਤਸ਼ਾਹ ਤੱਕ ਪਹੁੰਚ ਗਈ ਕਿ ਧੋਬੀ ਦੀ ਲੜਕੀ ਬੜੀ ਹੀ ਕਾਬਲ ਹੈ। ਪਾਤਸ਼ਾਹ ਨੇ ਸੋਚਿਆ ਕਿ ਅੱਗੇ ਤਾਂ ਕੁਝ ਬਣਿਆ ਨਹੀਂ, ਚਲੋ लड़की दे पास चले। जदों लड़की दे पास गए तो अगों लड़की ने मत्था टेकिया। पातशाह ने कहा, बीबी मत्था टेकन ते मैं आया सी, तैनूं तू मैनूं मत्था टेकिया? कहन लगी, महाराज मैं जो कुछ पाया तुहाडे कपड़ियां चों पाया। जदों कपड़ियां दा नां लिया तो पातशाह गश खा के डिग पिया। एक दाग चूस के इसनूं इन्नी खबर हो गई है तो मैनूं तो अगले प्याले पियाउण लगे सन, मैं की बन जांदा। उस वक्त आके फिर गुरु साहब के पास राजा गया। उन्हें कहा हुण हो गल नहीं है, हुण तैनूं नाम दे देंदे हाँ, तैनूं कमाई करना पेगी। पहलां असीं अपनी कमाई चों देण लगे। भाई ये लोक लाज जिहड़ी है ये भी सानू बहुत पिछे रख देंदी, ये भी फायदा नहीं लैण देंदी। हाँ जी। जो कुल लाज जगत से डरे, गुर भगति से वह पुन गिरे।
रण से कभी ना टरे, सती सदा मुर्दे संग जरे। ਇਹ ਪ੍ਰੇਮੀਆਂ ਦੇ ਬਾਰੇ ਦੱਸ ਰਿਹਾ ਹੈ ਕਿ ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਹੈ, ਸੂਰਮਾ ਕਦੀ ਰਣ ਚੋਂ ਵਾਪਸ ਨਹੀਂ ਮੁੜਦਾ, ਭਾਵੇਂ ਉਹ ਟੋਟੇ ਟੋਟੇ ਹੋ ਜਾਏ। ਪਿਛਲੇ ਜ਼ਮਾਨੇ ਦੇ ਵਿੱਚ ਔਰਤਾਂ ਜਿਹੜੀਆਂ ਸਤੀ ਹੋ ਜਾਂਦੀਆਂ ਸੀ, ਜਦੋਂ ਪਤੀ ਗੁਜ਼ਰਦਾ ਨਾਲ ਹੀ ਆਪ ਵੀ ਗੁਜ਼ਰ ਜਾਣਾ, ਉਸੇ ਚਿਤਾ 'ਤੇ ਚਲੇ ਜਾਣਾ। ਉਹਨਾਂ ਦੀ ਮਿਸਾਲ ਗੁਰੂ ਸਾਹਿਬ ਜੀ ਦੇ ਰਹੇ ਹੈ ਕਿ ਸੂਰਮਾ ਜਿਹੜਾ ਉਹ ਆਪਣੇ ਰਣ ਨੂੰ ਛੱਡਦਾ ਨਹੀਂ। ਸਤੀ ਜਿਹੜੀ ਹੈ ਜੱਜ ਸੱਤ ਵਾਲੀ, ਉਹ ਵੀ ਆਪਣੇ ਜੱਜ ਸੱਤ ਨੂੰ ਛੱਡਦੀ ਨਹੀਂ। ਇਸੇ ਤਰ੍ਹਾਂ ਜਿਹੜੇ ਮਾਲਕ ਦੇ ਪਿਆਰੇ ਹੈ, ਜਿਨ੍ਹਾਂ ਦੇ ਅੰਦਰ ਉਹ ਸ਼ਬਦ ਦੀ ਲੱਜਤ ਆਉਂਦੀ ਹੈ, ਚਾਹੇ ਉਹ ਕੁਛ ਵੀ ਹੋ ਜਾਏ, ਉਹਨਾਂ ਨੂੰ ਦੁੱਖ ਵੀ ਮਿਲ ਜਾਣ ਦੁਨੀਆ ਦੇ, ਲੇਕਿਨ ਉਹ ਚੀਜ਼ ਨੂੰ ਛੱਡਦੇ ਨਹੀਂ ਹੈ, ਉਹ ਵੀ ਪਿੱਛੇ ਨਹੀਂ ਮੁੜਦੇ ਹੈਗੇ। ਹਾਂਜੀ। सूरा रण से कभी ना टरे, सती सदा मुर्दे संग जरे। रण छोड़े कायर कहलाए, सती फिरे पंगी कर जाए। ਇਹ ਉਹਨਾਂ ਦੀ ਦੱਸ ਰਹੇ ਗੁਰੂ ਸਾਹਿਬ ਜੀ, ਅਗਰ ਉਹ ਸੱਤ ਛੱਡ ਦਿੰਦੀ ਹੈ, ਉਹਦਾ ਜਨਮ ਬਹੁਤ ਨੀਚੀ ਜਗ੍ਹਾ ਹੈਗਾ। ਸੂਰਮਾ ਜਿਹੜਾ ਹੈ ਉਹ ਵੀ ਰਣ ਚੋਂ ਨਿਕਲੇਗਾ, ਵਾਪਸ ਮੁੜੇਗਾ, ਕਹਿਰ ਕਹਾਏਗਾ, ਉਹਨੂੰ ਕੋਈ ਸੂਰਮਾ ਨਹੀਂ ਕਹੇਗਾ। ਬਾਹਰਲੇ ਜਿਹੜੇ ਆਸ਼ਿਕ ਹੋਏ ਹੈ, ਜਿਨ੍ਹਾਂ ਦਾ ਸਿਰਫ ਦੇਖਣ ਦਾ ਹੀ ਇਸ਼ਕ ਸੀ, ਪਿਆਰ ਸੀ, ਉਹਨਾਂ ਦੀ ਕਈ ਵਾਰ ਸਾਖੀ ਸੁਣਾਈ ਹੈ ਕਿ ਸੋਹਣੀ ਮਹੀਂਵਾਲ ਨੂੰ ਮਿਲਣ ਵਾਸਤੇ ਜਾਂਦੀ ਸੀ, ਚਨਾਹ ਟੱਪ ਕੇ ਕੜੇ ਦੇ ਉੱਤੋਂ ਦੀ ਲੰਘਣਾ। ਉਹਦੀ ਨਨਾਣ ਨੇ ਕਈ ਵਾਰ ਉਸ ਨੂੰ ਠਾਕਿਆ, ਲੇਕਿਨ ਉਹ ਆਖੇ ਨਹੀਂ ਲੱਗੀ। ਇੱਕ ਦਿਨ ਉਸ ਨੇ ਕੱਚਾ ਘੜਾ ਰੱਖ ਦਿੱਤਾ ਉਹਨਾਂ ਬੂਚੜੀਆਂ ਦੇ ਵਿੱਚ ਜਿੱਥੇ ਰੋਜ਼ ਛੜਦੀ ਸੀ, ਅਤੇ ਪੱਕਾ ਚੁੱਕ ਲਿਆਂਦਾ। ਮਕਸਦ ਕੀ ਸੀ? ਜਦੋਂ ਕੱਚਾ ਦੇਖੇਗੀ ਆਪੇ ਵਾਪਸ ਮੁੜ ਜਾਏਗੀ। ਜਦੋਂ ਸੋਹਣੀ ਗਈ, ਦੇਖਿਆ ਉਸਨੇ ਕੱਚਾ ਘੜਾ, ਸੋਚੀ ਪੈ ਗਈ। ਹੁਣ ਕਿਸੇ ਨੂੰ ਦੋਸ਼ ਨਹੀਂ ਦਿੱਤਾ। ਉਸਨੇ ਉਸ ਵਕਤ ਕਿਹਾ, ਮੇਰਾ ਪੱਕਿਓਂ ਕੀਤਾ ਚਾਹੇ ਕੱਚਾ, ਜਿਵੇਂ ਸਹਿਬਾ ਤੁਧ ਰਜਾ ਵੇਲੀ। ਐ ਮਾਲਕ, ਮੇਰਾ ਪੱਕਾ ਸੀ, ਤੂੰ ਕੱਚਾ ਕਰ ਦਿੱਤਾ। ਸੋਹਣੀ ਤਦ ਹੋਵਾਂ ਜੇਕਰ ਅੱਜ ਮਿਲਸਾਂ, ਨਹੀਂ ਤਾਂ ਕੋਝੜੀ ਨਾ ਰਖਾਂ ਵੇਲੀ। ਅੱਜ ਮੇਰਾ ਪਤਾ ਲੱਗਣਾ ਹੈ ਕਿ ਮੈਂ ਸੋਹਣੀ ਹਾਂ, ਜੇ ਮੈਂ ਅੱਜ ਮਿਲਾਂਗੀ ਤਦ। ਕੜਾ ਚੁੱਕ ਲਿਆ। ਇਹ ਪਤਾ ਸੀ ਕੱਚਾ ਕੜਾ ਇਸ ਨੇ ਖੁਰ ਜਾਣਾ ਪਾਣੀ ਦੇ ਵਿੱਚ। ਦਰਿਆ ਦੇ ਕੰਢੇ 'ਤੇ ਜਾ ਕੇ ਸਿਰ 'ਤੇ ਬੰਨ ਬਾਲ ਅੱਲਾ ਯਾਦ ਕੀਤਾ, ਸੋਹਣੀ ਠਿੱਲ ਪਈ ਵਿੱਚ ਦਰਿਆ ਵੇਲੇ। ਕੱਚੇ ਘੜੇ 'ਤੇ ਠਿੱਲ ਪਈ। ਇਹ ਪਤਾ ਘੜੇ ਨੇ ਖੁਰ ਜਾਣਾ ਔਰ ਮਰ ਜਾਣਾ, ਲੇਕਿਨ ਉਹ ਵਾਪਸ ਨਹੀਂ ਮੁੜੀ। ਉਹਨਾਂ ਦਾ ਸੱਚੇ ਪਿਆਰ ਸਨ, ਗੰਦੇ ਪਿਆਰ ਨਹੀਂ ਸਨ ਹੈਗੇ। ਅੱਜ ਤੱਕ ਉਹਦਾ ਨਾਂ ਚੱਲ ਰਿਹਾ, ਕਿਤਾਬਾਂ ਛਪੀਆਂ ਨੇ, ਹਰ ਜਗ੍ਹਾ ਉਹਦੀਆਂ ਸਾਖੀਆਂ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਹੈ ਕਿ ਜਿਹੜੇ ਸੱਚੇ ਪ੍ਰੇਮੀ ਨੇ ਉਹ ਪਿੱਛੇ ਨਹੀਂ ਮੁੜਦੇ, ਚਾਹੇ ਦੁੱਖ ਆਵੇ, ਸੁੱਖ ਆਏ, ਗਰੀਬੀ ਆਏ, ਮੇਰੀ ਆਏ। ਹਾਂਜੀ। रण छोड़े कायर कहलाए, सती फिरे पंगी कर जाए। पपीहा अपना पन नहीं त्यागे,
जले पतंगा ज्योति आगे। ਗੁਰੂ ਸਾਹਿਬ ਜੀ ਬਾਹਰ ਦੀ ਮਿਸਾਲ ਦੇ ਕੇ ਸਾਨੂੰ ਸਮਝਾ ਰਹੇ ਹੈ, ਪਪੀਆ ਸਵਾਂਤੀ ਬੂੰਦ ਨੂੰ ਰਟਦਾ ਰਹਿੰਦਾ ਹੈ, ਰੌਲਾ ਪਾਉਂਦਾ ਰਹਿੰਦਾ ਹੈ, ਟੋਏ ਟਿੱਬਿਆਂ ਦਾ ਪਾਣੀ ਨਹੀਂ ਪੀਂਦਾ, ਭਾਵੇਂ ਪ੍ਰਾਣ ਵੀ ਉਸ ਦੇ ਨਿਕਲ ਜਾਣ, ਲੇਕਿਨ ਉਹ ਬਾਕੀ ਪਾਣੀ ਨਹੀਂ ਪੀਂਦਾ, ਉਹ ਸਵਾਂਤੀ ਬੂੰਦ ਪੀਂਦਾ ਹੈ। ਪਤੰਗਾ ਜਿਹੜਾ ਹੈ, ਜਦੋਂ ਵੀ ਕਿਸੇ ਦੇ ਘਰ ਦੀਵਾ ਜਗਦਾ ਹੈ, ਉਹ ਨਹੀਂ ਦੇਖਦਾ ਗਰੀਬ ਹੈ ਜਾਂ ਅਮੀਰ ਹੈ, ਉਹਦਾ ਆਸ਼ਿਕ ਹੈ, ਉਹਦੇ ਉੱਤੇ ਉਹ ਸਲਾਂਗਾ ਮਾਰਨਾ ਸ਼ੁਰੂ ਕਰ ਦਿੰਦਾ, ਖੁਸ਼ੀਆਂ ਕਰਦਾ ਹੈ। ਅਤੇ ਜਦੋਂ ਲਾਈਟ ਲੱਗਦੀ ਹੈ ਉਹ ਭੁੱਜ ਜਾਂਦਾ, ਵਿੱਚ ਸੜ ਜਾਂਦਾ। ਪਤੰਗੇ ਨੂੰ ਕਿਸੇ ਪੁੱਛਿਆ ਕਿ ਤੁਹਾਨੂੰ ਕੀ ਮਿਲਦਾ ਇਹਦੇ ਵਿੱਚੋਂ, ਇਹ ਕੀ ਰੀਤੀ ਹੈ ਤੁਹਾਡੀ ਕਿ ਤੁਸੀਂ ਉਹਦੇ ਉੱਤੇ ਸੜ ਕੇ ਮਰ ਜਾਂਦੇ ਹੋ। ਪਤੰਗੇ ਨੇ ਉਸ ਨੂੰ ਕਿਹਾ ਕਿ ਇਸ ਦੇ ਸਵਾਦ ਦਾ ਮੈਨੂੰ ਹੀ ਪਤਾ, ਤੈਨੂੰ ਨਹੀਂ ਪਤਾ। ਅਗਰ ਤੈਨੂੰ ਇਸ ਦੇ ਸਵਾਦ ਦਾ ਪਤਾ ਲੱਗੇ ਤਾਂ ਮੈਂ ਤਾਂ ਇਕੱਲਾ ਹੀ ਜਲਦਾ, ਤੂੰ ਸਾਰੇ ਪਰਿਵਾਰ ਨੂੰ ਲਿਆਵੇਂ, ਲੇਕਿਨ ਤੈਨੂੰ ਪਤਾ ਨਹੀਂ ਇਹ ਸਵਾਦ ਦਾ। ਇਸੇ ਤਰ੍ਹਾਂ ਫਕੀਰਾਂ ਦਾ ਸਵਾਦ ਜਿਹੜਾ ਹੈ ਬੰਦਗੀ ਦਾ, ਉਸ ਸ਼ਬਦ ਦਾ ਸਵਾਦ ਜਿਹੜਾ ਹੈ, ਉਸ ਸਵਾਦ ਪਿੱਛੇ ਹੀ ਫਕੀਰ ਜਿਹੜੇ ਹੈ ਉਹ ਸਾਰਿਆਂ ਨੂੰ ਕਹੀ ਜਾਂਦੇ, ਆਓ ਤੁਸੀਂ ਵੀ ਸਵਾਦ ਲਾਓ, ਸਾਰੇ ਆਓ, ਸਾਰੇ ਸਵਾਦ ਲਾਓ। ਉਹ ਕਹਿੰਦੇ ਸਾਡੇ ਵਰਗੇ ਤੁਸੀਂ ਬਣ ਜਾਓ, ਜਿੱਦਾਂ ਜਵਾਰੀਆ ਕਹਿੰਦਾ ਤੁਸੀਂ ਸਾਰੇ ਜਵਾਰੀ ਬਣ ਜਾਓ, ਚੋਰ ਕਹਿੰਦੇ ਸਾਰੇ ਚੋਰ ਬਣ ਜਾਓ, ਨਿੰਦਕ ਕਹਿੰਦੇ ਸਾਰੇ ਨਿੰਦਕ ਬਣ ਜਾਓ। ਮਾਲਕ ਦੇ ਪਿਆਰੇ ਜਿਹੜੇ ਹੈ ਉਹ ਵੀ ਕਹਿੰਦੇ ਕਿ ਆਓ ਤੁਸੀਂ ਸਾਰੇ ਪਿਆਰੇ ਬਣ ਜਾਓ, ਤੁਸੀਂ ਵੀ ਉਹ ਸੁਖ ਲਾਓ। ਹਾਂਜੀ। पपीहा अपना पन नहीं त्यागे, जले पतंगा ज्योति आगे। मछली को जैसे जल तारा, गुरमुख को सत गुर आस प्यारा। ਗੁਰੂ ਸਾਹਿਬ ਜੀ ਬਾਹਰ ਦੀਆਂ ਮਿਸਾਲਾਂ ਦੇ ਕੇ ਸਾਨੂੰ ਸਮਝਾ ਰਹੇ। ਇੱਕ ਮਛਲੀ ਪਾਣੀ ਦੇ ਵਿੱਚ ਰਹਿੰਦੀ ਹੈ, ਲੇਕਿਨ ਪਾਣੀ ਨੂੰ ਛੱਡਣਾ ਨਹੀਂ ਚਾਹੁੰਦੀ। ਪਾਣੀ ਉਸ ਦਾ ਪਰਮਾਤਮਾ ਹੈ, ਪਾਣੀ ਵਿੱਚ ਹੀ ਖੁਸ਼ੀਆਂ ਕਰਦੀ ਹੈ। ਜੇ ਕੋਈ ਦੁਸ਼ਮਣ ਉਸ ਦਾ ਪਾਣੀ 'ਚੋਂ ਬਾਹਰ ਕੱਢਦਾ ਹੈ ਤੇ ਮਾਰਨ ਦੀ ਕੋਈ ਜ਼ਰੂਰਤ ਨਹੀਂ, ਉਹ 10-15 ਮਿੰਟਾਂ ਦੇ ਵਿੱਚ ਆਪੇ ਹੀ ਮਰ ਜਾਂਦੀ ਹੈ। ਕਿਉਂ? ਉਹਦਾ ਮਾਲਕ ਵਿਛੜ ਗਿਆ। ਉਸ ਵਿਛੋੜੇ ਨੂੰ ਉਹ ਝੱਲਦੀ ਨਹੀਂ। ਉਹ ਬੜਾ ਦੁੱਖ ਹੈ ਵਿਛੋੜਾ ਜਿਹੜਾ, ਉਹਦਾ ਈਸ਼ਵਰ ਹੈ, ਪਰਮਾਤਮਾ ਹੈ। ਪਰ ਜਿੱਥੇ ਉਸ ਦੀ ਮਿੱਟੀ ਜਿਸ ਦੇ ਪੇਟ ਵਿੱਚ ਜਾਂਦੀ ਹੈ, ਉੱਥੇ ਵੀ ਉਹ ਪਾਣੀ ਮੰਗਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਜਿਸ ਤਰ੍ਹਾਂ ਮੱਛੀ ਨਹੀਂ ਪਾਣੀ ਵਿੱਚੋਂ ਨਿਕਲਣਾ ਚਾਹੁੰਦੀ, ਇਸ ਤਰ੍ਹਾਂ ਜਿਹੜਾ ਪ੍ਰੇਮੀ ਹੈ ਉਹਨੂੰ ਸਤਿਗੁਰ ਪਿਆਰਾ ਹੈ। ਉਹ ਵੀ ਉਹਦੀ ਸ਼ਰਨ ਵਿੱਚੋਂ ਪਰੇ ਨਹੀਂ ਜਾਣਾ ਚਾਹੁੰਦਾ, ਉਹ ਵੀ ਉਹਦਾ ਆਸ਼ਿਕ ਬਣਿਆ ਰਹਿੰਦਾ ਹੈ। ਦੁੱਖ ਆਏ, ਸੁੱਖ ਆਏ, ਗਰੀਬੀ ਆਏ, ਮੇਰੀ ਆਏ, ਜੋ ਮਰਜ਼ੀ ਹੋਵੇ। ਜਿਸ ਤਰ੍ਹਾਂ ਮੱਛੀ ਪਾਣੀ 'ਚੋਂ ਨਿਕਲਣਾ ਨਹੀਂ ਚਾਹੁੰਦੀ, ਇਸ ਤਰ੍ਹਾਂ ਉਹ ਵੀ ਨਹੀਂ ਜਾਣਾ ਚਾਹੁੰਦਾ। ਹਾਂਜੀ। मछली को जैसे जल तारा, गुरमुख को सत गुर आस प्यारा। जिन पर बख्शिश गुर की होई, गुरमुख ऐसा बिरला कोई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਜਿਨ੍ਹਾਂ ਦੇ ਉੱਤੇ ਸਤਿਗੁਰ ਦੀ ਐਸੀ ਬਖਸ਼ਿਸ਼ ਹੈ, ਇਹ ਕੋਈ ਬਿਰਲਾ ਗੁਰਮੁਖ, ਜਿਸ ਨੂੰ ਇਸ ਤਰ੍ਹਾਂ ਦਾ ਪਿਆਰ ਹੈ, ਇਸ ਤਰ੍ਹਾਂ ਦੀ ਮੁਹੱਬਤ ਹੈ ਜਿਸ ਦੀ, ਇਹ ਕੋਈ ਬਿਰਲਾ ਹੀ ਸਿੱਖ ਹੈਗਾ। ਹਾਂਜੀ। जिन पर बख्शिश गुर की होई,
गुरमुख ऐसा बिरला कोई, राधा स्वामी कही बनाए, सेवक को गुर दिया जगाए। स्वामी जी महाराज शब्द समाप्त करते हुए बड़े प्यार दे नाल फरमा रहे है कि जिस तरह कोई सुते बंदे नूं कोई जगाउंदा है, इस तरह संत भी सानू सुत्तियां नूं जगा रहे, क्योंकि असी परमार्थ वालों सुते हाँ, दूजे पासे असी बड़े हुशियार हाँ, लेकिन परमार्थ वालों असी सुते हाँ। उधर सानू कोई खबर नहीं हैगी, और संत महापुरख आउंदे है, वो सानू आके जगाउंदे है। बाहर दियां मसालां दे दे के सानू समझा रहे है, पशुआं दियां मसालां दित्तियां, परिंदियां दियां मसालां दित्तियां, पतंगियां दियां मसालां दित्तियां ने। ये मसालां दे के सानू जगा रहे है कि देखो एक मामूली मच्छी है, वो पानी दे विच कितना प्यार है उसका, उन्होंने छड्डना नहीं चाहती। एक पतंगा मामूली है, वो लैट का आशिक है, बेशक वो मर जाता है, लेकिन ओदी आशिकी छड्डदा नहीं, ओदा प्यार नहीं छड्डदा। इस तरीके नाल संत सानू बाहर दियां मसालां दे के समझा के सानू जगा रहे है कि उठो जागो, तुसी क्यों सुते हो। साईं बुल्ले शाह ने भी बाणी च फरमाया है, उठ जाग कुराड़े मार नहीं, ये सौण तेरे दरकार ने, ये सौना तेरे दरकार ने, उठ जाग, जाग के अपनी बस्त संभाल ले। सारे संतां महापुरखां ने सानू सुत्तियां नूं जगाया, असीं सुते हाँ परमार्थ वालों, और दूसरे पासे असीं जागदे हाँ जिधरों सानू कोई फायदा नहीं हैगा। हाँ जी। राधा स्वामी कही बनाए, सेवक को गुर दिया जगाए।